Hello learners, welcome back to the Learning Lab for Study. Today we will explore one of the most peaceful and inspiring religions, Buddhism and Jainism. This video is a very helpful for the GND to be a first semester student. This is the second topic we will cover. First, we will discuss about Indus Valley civilization, and in this video we are discuss about most important topic Jainism and Buddhism. Which questions are helpful and important for top in the exam and score the good marks in the exams. So watch the full video and let's start. Firstly ਆਪਾਂ ਡਿਸਕਸ ਕਰ ਲੈਂਦੇ ਹਾਂ ਇੰਟਰੋਡਕਸ਼ਨ ਟੂ ਜੈਨਿਜ਼ਮ। ਠੀਕ ਹੈ, ਪਹਿਲੇ ਆਪਾਂ ਜੈਨਿਜ਼ਮ ਡਿਸਕਸ ਕਰਾਂਗੇ, ਲਾਈਫ ਆਫ ਮਹਾਵੀਰਾ, ਫਿਲੋਸਫੀ ਐਂਡ ਅ ਕੰਟਰੀਬਿਊਸ਼ਨ। ਦੈਨ ਆਪਾਂ ਬੁੱਧਿਜ਼ਮ ਡਿਸਕਸ ਕਰਾਂਗੇ। ਦੋਨੋਂ ਟੌਪਿਕਸ ਜਿਹੜੇ ਨੇ ਇੰਪੋਰਟੈਂਟ ਨੇ, ਜੈਨਿਜ਼ਮ ਐਂਡ ਬੁੱਧਿਜ਼ਮ। ਕੁਐਸਚਨਸ ਦੇ ਅਕੋਰਡਿੰਗ ਜਿਹੜੇ ਕੁਐਸਚਨਸ ਇੰਪੋਰਟੈਂਟ ਹੁੰਦੇ ਨੇ, ਠੀਕ ਹੈ, ਉਸ ਦੇ ਅਕੋਰਡਿੰਗ ਇਹ ਵੀਡੀਓ ਬਣੀ ਹੋਈ ਹੈ ਇੱਕਦਮ ਗੁਣਾ। ਸਪੈਸ਼ਲੀ ਦਿਸ ਵੀਡੀਓ ਫਾਰ GNDU BA ਫਸਟ ਸਮੈਸਟਰ ਸਟੂਡੈਂਟ ਇਨ ਇੰਗਲਿਸ਼ ਮੀਡੀਅਮ। ਓਕੇ, क्वेश्चन के बिहाव से बिकॉज सिलेबस तो प्रीवियस जो क्वेश्चन पेपर में जेकर बच्चा जी तुम देखोगे तो बहुत ज़्यादा डिफरेंस रह जाता है। जेकर प्रीवियस जो क्वेश्चन पेपर के अकॉर्डिंग प्रैपरेशन करांगे तो आप वधिया मार्क्स जोड़ने स्कोर कर सकते हैं। ठीक है, विदाउट एनी टाइम वेस्टिंग स्टार्ट करते हैं। सब तो पहले डिस्कस कर लेने इंट्रोडक्शन टू जैनिज्म। जैनिज्म इज़ द वन ऑफ द ओल्डेस्ट रिलीजन्स ऑफ द इंडिया। ठीक है, इट emphasizes non-violence, ahimsa, truth and a spiritual discipline. Founded by the Rishabdev, first Tirthankar, but Mahavira, 24th Tirthankar, gave it a concrete shape. ठीक है, बेशक जैनिज़म ਜਿਹੜਾ ਆ ਉਸ ਦੇ ਜਿਹੜੇ ਫਾਊਂਡਰ ਸੀ, ਜਿਸ ਨੇ ਇਸ ਧਰਮ ਨੂੰ ਜਿਹੜਾ ਆ ਜੈਨਿਜ਼ਮ ਨੂੰ खोजिया ਜਾਂ ਫਿਰ ਬਣਾਇਆ, ਉਹ ਰਿਸ਼ਭਾਦੇਵ ਸੀ। ਬਟ ਮਹਾਵੀਰ ਸਵਾਮੀ ਨੇ ਜਦੋਂ ਉਹ 24ਵੇਂ ਤੀਰਥੰਕਰ ਸੀ ਇਸਦੇ, ਯਾਨੀ ਕਿ 24ਵੇਂ ਜਿਹੜੇ ਸੀ ਉਸ ਦੇ ਗੁਰੂ ਸੀ ਮਹਾਵੀਰ ਸਵਾਮੀ, ਉਹਨਾਂ ਦੇ ਆਉਣ ਦੇ ਨਾਲ ਹੀ ਇਸ ਜਿਹੜੀ ਜੈਨਿਜ਼ਮ ਧਰਮ ਹੈ ਇਸ ਨੂੰ ਜਿਹੜੀ ਆ ਪਛਾਣ ਮਿਲੀ। ਠੀਕ ਹੈ, ਲਾਈਫ ਆਫ ਅ ਲਾਰਡ ਮਹਾਵੀਰਾ, ਮਹਾਵੀਰ ਸਵਾਮੀ ਦਾ ਜਿਹੜਾ ਆ ਉਹ ਜ਼ਿੰਦਗੀ ਕੀ ਸੀ। ਸਭ ਤੋਂ ਪਹਿਲੇ ਗੱਲ ਕਰ ਲੈਂਦੇ ਆ ਜਨਮ ਦੀ। ਜਿਹੜਾ ਮਹਾਵੀਰ ਸਵਾਮੀ ਦਾ ਜਨਮ ਆ ਉਹ 599 ਈਸਾ ਪੂਰਵ ਯਾਨੀ ਕਿ 599 BCE ਦੇ ਵਿੱਚ ਹੋਇਆ, ਕੁੰਡਗ੍ਰਾਮ ਨੀਅਰ ਵੈਸ਼ਾਲੀ ਬਿਹਾਰ ਦੇ ਵਿੱਚ, ਇਨ ਅ ਰਾਇਲ ਸ਼ਤਰੀय ਫੈਮਿਲੀ। ਠੀਕ ਹੈ, ਉਹਨਾਂ ਦਾ ਜਿਹੜਾ ਬਚਪਨ ਦਾ ਨਾਮ ਸੀ ਉਹ ਸੀ ਵਰਧਨ। ਠੀਕ ਹੈ, ਉਹਨਾਂ ਦੇ ਫਾਦਰ ਜਿਹੜੇ ਸੀ ਉਹ ਕੌਣ ਸੀ, किंग सिद्धार्था, एंड मदर उन्होंने कौन सी, त्रिशला सी। ठीक है, वो एक वजीगण के जोड़े सी प्रधान सी। लिवड इन अ लग्जरी लाइफ बट वॉज द स्पिरिचुअली इनकलाइंड। ठीक है, बेशक उन्हों का जोड़ा बचपन सी वो राजकुमारा वर्गा सी, उन्होंने किसी भी तरह की कोई भी प्रॉब्लम नहीं सी, है ना। उन्हों का जोड़ा फाइनैशियल सी वो बहुत बैटर सी, है ना, बिकॉज उन्होंने पिता कौन सी, राजा सी। बट वो की सी एक तरह के नाल जोड़ा सी वो स्पिरिचुअली इनकलाइंड सी। ठीक है, At the age of 30 he left home to seek truth and a spiritual awakening। ठीक है, ਉਹਨਾਂ ਦਾ ਜਿਹੜਾ ਵਿਵਾਹ ਸੀ ਉਹ ਹੋਇਆ ਸੀ ਜਸ਼ੋਦਾ ਨਾਂ ਦੀ ਇੱਕ ਸੁੰਦਰ ਰਾਜਕੁਮਾਰੀ ਦੇ ਨਾਲ। ਉਹਨਾਂ ਦੇ ਇੱਕ ਪੁੱਤਰਾ ਸੀ ਜਿਸ ਨੂੰ ਪ੍ਰਿਯਦਰਸ਼ਨਾ ਜਾਂ ਅਨੂਜਾ ਦੇ ਨਾਮ ਦੇ ਨਾਲ ਜਿਹੜਾ ਜਾਂਦੇ ਆ। ਪਹਿਲੇ ਉਹਨਾਂ ਨੇ ਸੋਚਿਆ ਸੀ ਕਿ ਉਹਨਾਂ ਦੇ ਜਦੋਂ ਮਾਤਾ ਪਿਤਾ ਸੀ ਨਾ, ਉਹਨਾਂ ਨੇ ਉਦੋਂ ਸੋਚਿਆ ਸੀ ਕਿ ਆਪਣਾ ਘਰ ਤਿਆਗ ਦੇਣਗੇ, ਬਟ ਉਦੋਂ ਨਹੀਂ ਜਾ ਸਕੇ। ਇਸ ਕਰਕੇ ਉਹਨਾਂ ਨੇ ਕੀ ਕੀਤਾ, ਜਦੋਂ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਘਰ ਜਿਹੜਾ ਆ ਹੀ ਲੈਫਟ ਹੋਮ। ਠੀਕ ਹੈ, ਉਹਨਾਂ ਨੇ ਸੱਚ ਦੀ ਪ੍ਰਾਪਤੀ ਲਈ ਆਪਣਾ ਘਰ ਛੱਡ ਦਿੱਤਾ। ਆਪਣੇ ਭਰਾ ਨੰਦੀਵਰਧਨ ਤੋਂ ਇਜਾਜ਼ਤ ਲੈ ਕੇ ਤੇ ਉਹਨਾਂ ਨੇ ਜਿਹੜੇ ਆ ਤਪੱਸਿਆ ਜਿਹੜੀ ਆਰੰਭ ਕਰ ਦਿੱਤੀ। ਪ੍ਰੈਕਟਿਸਡ ਐਕਸਟ੍ਰੀਮ ਮੈਡੀਟੇਸ਼ਨ ਐਂਡ ਆਸਟਰੀ ਫਾਰ ਦਾ 12 ਈਅਰਸ। ਉਹਨਾਂ ਨੇ 12 ਸਾਲ ਤੱਕ ਜਿਹੜੀ ਆ ਘੋਰ ਤਪੱਸਿਆ ਕੀਤੀ। ਇਨਲਾਈਟਮੈਂਟ ਅਚੀਵਡ ਕਾਵੇਲਿਆ ਸੁਪਰੀਮ ਨੌਲੇਜ ਐਟ ਦਾ ਏਜ ਆਫ, ਉਹਨਾਂ ਨੇ ਜਿਹੜਾ ਆ 42 ਸਾਲ ਦੀ ਏਜ ਦੇ ਵਿੱਚ, ਠੀਕ ਹੈ, 42 ਈਅਰਸ ਦੀ ਏਜ ਦੇ ਵਿੱਚ ਉਹਨਾਂ ਨੂੰ ਕਾਵੇਲਿਆ ਗਿਆਨ ਯਾਨੀ ਕਿ ਸੱਚ ਦੀ ਪ੍ਰਾਪਤੀ ਜਿਹੜੀ ਆ ਉਹ ਹੋਈ। ਉਸ ਤੋਂ ਇਲਾਵਾ ਵੀ ਉਹਨਾਂ ਨੂੰ ਬਹੁਤ ਸਾਰੇ ਗਿਆਨ ਜਿਵੇਂ ਅਰਹਤ, ਨਿਰਗ੍ਰੰਥ,
ਜਿੰਨ ਆਦਿ ਜਿਹੜੇ ਪ੍ਰਾਪਤ ਕਰਨ ਵਾਲੇ ਜਿਹੜੇ ਸੀ ਕਹਾਏ। ਟੀਚਿੰਗ ਪੀਰੀਅਡ, ਉਹਨਾਂ ਦਾ ਜਿਹੜਾ ਟੀਚਿੰਗ ਪੀਰੀਅਡ ਸੀ ਲਗਭਗ ਉਹਨਾਂ ਨੇ 30 ਸਾਲ ਅਬ ਤੱਕ ਆਪਣੇ ਜਿਹੜੇ ਉਪਦੇਸ਼ਾਂ ਦਾ ਪ੍ਰਚਾਰ ਕਰਦੇ ਰਹੇ, ਵੱਡੇ ਵੱਡੇ ਨਗਰਾਂ ਦੇ ਵਿੱਚ ਉਪਦੇਸ਼ ਦਿੰਦੇ ਰਹੇ। ਜਿਹੜਾ ਮਗਧ ਦਾ ਰਾਜਾ ਸੀ ਮਹਾਵੀਰ ਦਾ ਵਿਸ਼ੇਸ਼ ਆਦਰ ਕਰਦਾ ਸੀ। ਬਿੰਬੀਸਾਰ ਅਜਾਤ ਸ਼ਤਰੂ ਉਹਨਾਂ ਦੇ ਭਗਤ ਸੀ। ਠੀਕ ਹੈ। ਨਿਰਵਾਣ ਦੀ ਜੇਕਰ ਗੱਲ ਕੀਤੀ ਜਾਵੇ ਦੈਟ ਦੀ ਡੈਡ ਐਟ ਦਾ ਏਜ ਆਫ ਦਾ 72 ਐਟ ਦਾ ਪਾਵਾਪੁਰੀ ਬਿਹਾਰ। ਉਹਨਾਂ ਨੇ ਪਟਨਾ ਦੇ ਪਾਵਾ ਨਾਂ ਦੇ ਸਥਾਨ 'ਤੇ ਪਟਨਾ ਦੇ 527 ਈਸਾ ਪੂਰਵ ਦੇ ਵਿੱਚ, ਯਾਨੀ ਕਿ ਉਦੋਂ ਉਹਨਾਂ ਦੀ ਏਜ ਸੀ 72 ਈਅਰਸ ਦੀ ਏਜ ਸੀ ਉਹਨਾਂ ਦੀ। ਉਸ ਸਮੇਂ ਜਿਹੜਾ ਆ ਉਹਨਾਂ ਦੀ ਜਿਹੜੀ ਆ ਡੈਥ ਹੋ ਗਈ ਸੀ। ਠੀਕ ਹੈ। 30 ਸਾਲ ਦੀ ਘੋਰ ਤਪੱਸਿਆ ਤੋਂ ਬਾਅਦ ਉਹਨਾਂ ਨੂੰ ਨਿਰਵਾਣ ਦੀ ਜਿਹੜੀ ਪ੍ਰਾਪਤੀ ਉਹ ਹੋਈ। ਮੇਨ ਟੀਚਿੰਗਸ ਕੀ ਸੀ? ਫਿਲੋਸਫੀ ਬਹੁਤ ਇੰਪੋਰਟੈਂਟ ਕੁਐਸਚਨਸ ਆ ਇਹ, ਲਗਭਗ ਜਿਹੜਾ ਆ ਇਹ ਕੁਐਸਚਨ ਬਹੁਤ ਟਾਈਮ ਜਿਹੜਾ ਰਿਪੀਟਡ ਹੈਗਾ ਆ। ਠੀਕ ਹੈ। ਜਿਨ੍ਹਾਂ ਤੱਕ ਤੁਸੀਂ ਪ੍ਰੀਵੀਅਸ ਈਅਰ ਕੁਐਸਚਨਸ ਦੇ ਪੇਪਰ ਦੇ ਜੇਕਰ ਅਕੋਰਡਿੰਗ ਆਪਣੀ ਪ੍ਰਿਪਰੇਸ਼ਨ ਪਹਿਲਾਂ ਤੋਂ ਹੀ ਰੱਖਦੇ ਜੇ, ਠੀਕ ਹੈ, ਕੁਐਸਚਨਸ ਨੂੰ ਐਜ਼ ਔਨ ਰਾਈਟ ਡਾਊਨ ਕਰਕੇ ਦੇਖਦੇ ਜੇ, ਫਿਰ ਤੁਸੀਂ ਬੈਟਰ ਮਾਰਕਸ ਜਿਹੜੇ ਨੇ ਸਕੋਰ ਜਿਹੜਾ ਆ ਕਰ ਸਕਦੇ ਜੇ ਐਗਜ਼ਾਮ ਦੇ ਵਿੱਚ। ਠੀਕ ਹੈ। ਸਭ ਤੋਂ ਪਹਿਲੇ ਹੈ 3 ਜੁਐਲਸ ਆਫ ਦਾ ਜੈਨਿਜ਼ਮ, ਤ੍ਰਿਰਤਨਾ। ਸਭ ਤੋਂ ਪਹਿਲੇ ਹੈ ਸੱਚਾ ਵਿਸ਼ਵਾਸ, ਯਾਨੀ ਕਿ ਰਾਈਟ ਫੇਥ, ਰਾਈਟ ਨੌਲੇਜ ਸੱਚਾ ਗਿਆਨ, ਅਤੇ ਰਾਈਟ ਕੰਡਕਟ ਸੱਚਾ ਆਚਾਰ। ਕਿਸੇ ਇੱਕ ਦੀ ਅਣਹੋਂਦ ਦੇ ਨਾਲ ਵੀ ਕਹਿੰਦੇ ਆ ਵਿਅਕਤੀ ਦੀ ਮੰਜ਼ਿਲ ਤੱਕ ਜਿਹੜਾ ਆ ਨਹੀਂ ਪਹੁੰਚ ਸਕਦਾ। ਵਿਅਕਤੀ ਦਾ ਧਰਮ ਉਦੇਸ਼ ਕੀ ਆ? ਮੋਕਸ਼ ਅਰਥਾਤ ਮੁਕਤੀ ਪ੍ਰਾਪਤ ਕਰਨਾ। ਟੂਗੈਦਰ ਦੇ ਲੀਡ ਟੂ ਲਾਈਬਰੇਸ਼ਨ, ਯਾਨੀ ਕਿ ਮੋਕਸ਼ਾ ਪ੍ਰਾਪਤ ਕਰਨਾ। 5 ਗ੍ਰੇਟ ਵੋਵਲਸ, ਯਾਨੀ ਕਿ 5 ਜਿਹੜੇ ਆ ਮੇਨ ਜਿਹੜੇ ਵੋਵਲਸ ਨੇ ਉਹ ਕਿਹੜੇ ਨੇ? ਅਹਿੰਸਾ, ਅਹਿੰਸਾ ਦੀ ਨੀਤੀ 'ਤੇ ਚੱਲਣਾ। ਸੱਤਿਆ, ਸੱਚ ਬੋਲਣਾ ਚਾਹੀਦਾ ਹਮੇਸ਼ਾ। ਠੀਕ ਹੈ। ਅਸੱਤਿਆ, ਨੌਨ ਸਟੀਲਿੰਗ ਕਰਨੀ, ਕਿ ਆਪਣੇ ਕੋਲ ਕਿਸੇ ਤਰ੍ਹਾਂ ਦਾ ਕੋਈ ਧਨ ਨਹੀਂ ਰੱਖਣਾ, ਕੋਈ ਅਜਿਹੀ ਵਸਤੂ ਨਹੀਂ ਰੱਖਣੀ ਜਿਸ ਦੇ ਨਾਲ ਕਿਹੜਾ ਆ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਆ ਉਹ ਦਾਨ ਵਿੱਚ ਜਿਹੜੀ ਵਿਅਕਤੀ ਨੂੰ ਪ੍ਰਾਪਤ ਹੋਈ ਹੋਵੇ। ਬ੍ਰਹਮਾਚਾਰਿਆ, ਉਸਨੂੰ ਬ੍ਰਹਮਾਚਾਰਿਆ ਦਾ ਪਾਲਣਾ ਕਰਨਾ ਚਾਹੀਦਾ ਆ। ਠੀਕ ਹੈ। ਕਿਸੇ ਵੀ ਤਰ੍ਹਾਂ ਦੀ ਭਾਵ ਇਹ ਜਿਹੜੀਆਂ 5 ਚੀਜ਼ਾਂ ਨੇ, ਨੌਨ ਪੋਜੈਸਿਵਨੈਸ, ਇਹ ਜਿਹੜੀਆਂ 5 ਚੀਜ਼ਾਂ ਨੇ ਤੁਸੀਂ ਯਾਦ ਰੱਖਣੀਆਂ ਨੇ, ਬਿਕੋਜ਼ ਇਹਨਾਂ ਨੂੰ ਜਿਹੜਾ ਡਾਇਗ੍ਰਾਮਸ ਦੇ ਵਿੱਚ ਸ਼ੋ ਕਰਨਾ ਹੈ ਸਭ ਨੂੰ। ਉਸ ਤੋਂ ਅਗਲਾ ਆ ਡਾਕਟ੍ਰਿਨ ਆਫ ਦਾ ਮਲਟੀਪਲ ਵਿਊ ਪੁਆਇੰਟਸ। ਟਰੂਥ ਇਜ਼ ਅ ਕੰਪਲੈਕਸ ਐਂਡ ਹੈਜ਼ ਮੈਨੀ ਸਾਈਡਸ, ਨੋ ਵਨ ਵਿਊ ਪੁਆਇੰਟ ਇਜ਼ ਕੰਪਲੀਟ, ਪ੍ਰਮੋਟਸ ਟੋਲਰੈਂਸ ਐਂਡ ਓਪਨ ਮਾਈਂਡਨੈਸ। ਠੀਕ ਹੈ। ਉਸ ਤੋਂ ਅਗਲਾ ਆ ਥਿਓਰੀ ਆਫ ਮੇ ਬੀ, every statement is a relative and conditional, encourage inequal humility and respect for all views। ਉਹਨਾਂ ਦੀ ਜਿਹੜਾ ਜ਼ਿੰਦਗੀ ਦੇ ਉਦੇਸ਼ ਕੀ ਸੀ? ਸਮਾਨਤਾ ਦੇ ਵਿਸ਼ਵਾਸ ਸੀ, ਜੱਗਾ ਬਲੀਆਂ ਦੇ ਵਿੱਚ ਅਵਿਸ਼ਵਾਸ ਸੀ। ਉਹਨਾਂ ਦੇ ਅਕੋਰਡਿੰਗ ਜਿਹੜਾ ਮੁਤਾਬਕ ਕੀ ਸੀ, ਜਿਹੜੇ ਜੱਗ ਬਲੀਆਂ ਨੇ ਉਹ ਸਭ ਢੋਂਗ ਨੇ, ਇਹਨਾਂ ਦੇ ਨਾਲ ਵਿਅਕਤੀ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ। ਮੇਨ ਕੀ ਸੀ? ਕਰਮਾ ਅਤੇ ਮੋਕਸ਼ਾ। ਠੀਕ ਹੈ। ਕੀ ਆ ਵਿਅਕਤੀ ਦਾ ਕੰਮ? ਕੀ ਆ? ਨਿਰਵਾਣ ਦੀ ਪ੍ਰਾਪਤੀ। ਜੇਕਰ ਵਿਅਕਤੀ ਨੂੰ ਨਿਰਵਾਣ ਦੀ ਪ੍ਰਾਪਤੀ ਹੋ ਜਾਂਦੀ ਹੈ, ਕਰਮਾ ਬਾਈਂਡਸ ਦਾ ਸੋਲ ਡਿਊ ਟੂ ਬੈਡ ਐਕਸ਼ਨਸ। ਠੀਕ ਹੈ। ਲਿਬਰੇਸ਼ਨ ਇਜ਼ ਦਾ ਅਚੀਵਡ ਥਰੂ ਸੈਲਫ ਡਿਸਪਲਿਨ, ਆਤਮ ਵਿਸ਼ਵਾਸ, ਨੌਨ ਵਾਇਲੈਂਸ ਯਾਨੀ ਕਿ ਅਹਿੰਸਾ ਆਦਿ ਦੇ ਨਾਲ ਕੀ ਆ ਵਿਅਕਤੀ ਨੂੰ ਨਿਰਵਾਣ ਦੀ ਜਿਹੜੀ ਆ ਪ੍ਰਾਪਤੀ ਹੁੰਦੀ ਆ। ਕੰਟਰੀਬਿਊਸ਼ਨ ਆਫ ਅ ਜੈਨਿਜ਼ਮ, ਰਿਲੀਜੀਅਸ ਕੰਟਰੀਬਿਊਸ਼ਨ ਸੀ, ਸੋਸ਼ਲ ਕੰਟਰੀਬਿਊਸ਼ਨ ਸੀ, ਲਿਟਰੇਰੀ ਕੰਟਰੀਬਿਊਸ਼ਨ ਸੀ, ਆਰਟ ਐਂਡ ਆਰਕੀਟੈਕਚਰ ਸੀ, ਸਮਾਜ ਸੇਵਾ ਦੀ ਭਾਵਨਾ ਸੀ। ਠੀਕ ਹੈ। ਰਿਲੀਜੀਅਸ ਕੰਟਰੀਬਿਊਸ਼ਨ, ਠੀਕ ਹੈ, ਸਾਹਿਤ ਦੇ ਵਿੱਚ ਉન્નਤੀ ਸੀ, ਪ੍ਰਮੋਟਡ ਅਹਿੰਸਾ ਇਨ ਅ ਥਾਟ, ਵਰਡ ਐਂਡ ਡੀਡ, ਗੇਵ ਅ ਸਟਰੋਂਗ ਸਪਿਰਿਚੁਅਲ alternative to the Vedic religion and rituals. Social contribution opposed the caste system and ਐਨੀਮਲ ਸੈਕਰੀਫਾਈਸਿਸ, ਯਾਨੀ ਕਿ ਪਸ਼ੂਆਂ ਨੂੰ ਮਾਰਨਾ, ਜਾਤੀ ਪ੍ਰਥਾ ਆਦਿ ਦੇ ਵਿੱਚ ਉਹਨਾਂ ਦਾ ਕਿਸੇ ਤਰ੍ਹਾਂ ਦਾ ਵਿਸ਼ਵਾਸ ਨਹੀਂ ਸੀ। ਪ੍ਰਮੋਟਡ ਇਕੁਐਲਿਟੀ, ਪੀਸ ਐਂਡ ਨੋਨ ਵਾਇਲੈਂਸ ਇਨ ਦਾ ਸੁਸਾਇਟੀ। ਐਵਰੀ ਜਿਹੜਾ ਪੁਆਇੰਟ ਆ ਉਸਨੂੰ ਚੰਗੇ ਤਰੀਕੇ ਦੇ ਨਾਲ ਜਿਹੜਾ ਆ ਹਾਈਲਾਈਟਡ ਕਰਕੇ ਉਹਦੇ ਥੱਲੇ 2 ਪੁਆਇੰਟਸ ਜਿਹੜੇ ਨੇ ਇਸ ਤਰੀਕੇ ਦੇ ਨਾਲ ਲਿਖਣੇ ਨੇ। ਜੈਨ ਮੋਂਕਸ ਰੋਟ ਇਨ ਦਾ ਪ੍ਰਾਕ੍ਰਿਤ ਸੰਸਕ੍ਰਿਤ ਫੇਮਸ ਟੈਕਸਟਸ ਜਿਹੜੇ ਨੇ। ਇਸ ਦੇ ਨਾਲ ਕੀ ਹੋਇਆ, ਜਿਹੜੀ ਆਪਣਾ ਜਿਹੜੀ ਕਲਾ ਆ ਜਾਂ ਫਿਰ ਲਗਾ ਲਓ ਕਿ ਸਾਹਿਤ ਆ ਉਸ ਦੇ ਵਿੱਚ ਜਿਹੜੀ ਆ ਉਹਨਾਂ ਨੇ ਕੰਟਰੀਬਿਊਸ਼ਨ ਦਿੱਤੀ। ਆਰਟ ਐਂਡ ਐਕਟਿਵ ਇਹਨਾਂ ਦੇ ਵਿੱਚ ਕੀ ਆਉਂਦਾ ਆ ਕਿ ਉਹਨਾਂ ਨੇ ਬੜੇ ਸੋਹਣੇ ਬਿਊਟੀਫੁਲ ਟੈਂਪਲਸ ਬਣਵਾਏ। ਠੀਕ ਹੈ। ਸਟੈਚੂਸ ਬਣਵਾਏ। ਇਹ ਸਾਰੇ ਕੀ ਆ ਸਾਡੀ ਕਲਾ ਅਤੇ ਜਿਹੜੀ ਆ
ਸ਼ਾਂਤਮਈ ਵਾਤਾਵਰਨ ਜਿਹੜਾ ਆ ਉਹਨਾਂ ਨੇ ਭਾਰਤੀ ਕਲਾ ਦੇ ਵਿੱਚ ਜਿਹੜੀ ਆ ਉન્નਤੀ ਕੀਤੀ। ਫਿਲੋਸਫੀਕਲ ਕੰਟਰੀਬਿਊਸ਼ਨ ਵੀ ਦਿੱਤਾ, ਇਨਵਾਇਰਮੈਂਟਲ, ਠੀਕ ਹੈ, ਸ਼ਾਂਤਮਈ ਵਾਤਾਵਰਨ। ਐਂਡ ਲਾਸਟ ਵੀ ਨਾ ਇਹਦਾ ਕਨਕਲੂਜਨ ਕੀ ਨਿਕਲਦਾ ਆ, ਮਹਾਵੀਰ ਐਂਡ ਜੈਨਿਜ਼ਮ ਸ਼ੇਪਡ ਇੰਡੀਆ ਸਪਿਰਿਚੁਅਲ ਐਂਡ ਇਥਿਕਲ framework. Its principle of a non-violence, tolerance, and truth are still relevant today. Jainism remains a unique path of the self-discipline and inner purity towards moksha. ठीक है, conclusion लिखना है सब तो पहले introduction, ਉਸ ਤੋਂ ਬਾਅਦ ਜੋ ਕੁਐਸਚਨ ਦੇ ਵਿੱਚ ਜੇਕਰ ਲਾਈਫ ਆਫ ਮਹਾਵੀਰ ਆਉਂਦੀ ਆ ਜਾਂ ਫਿਰ ਜੇਕਰ ਉਹਨਾਂ ਦੇ ਆਉਂਦੇ ਆ ਪ੍ਰਿੰਸੀਪਲਸ ਆਉਂਦੇ ਨੇ, ਸਭ ਤੋਂ ਪਹਿਲੇ ਲਾਈਫ ਆਫ ਮਹਾਵੀਰਾ ਲਿਖਣੀ ਆ, ਪਹਿਲੇ ਇੰਟਰੋਡਕਸ਼ਨ, ਫਿਰ ਲਾਈਫ ਆਫ ਮਹਾਵੀਰਾ, ਦੈਨ ਉਹਨਾਂ ਦੇ ਜਿਹੜੀਆਂ ਪ੍ਰਿੰਸੀਪਲਸ ਹੋਣਗੇ, ਫਿਰ ਜੇਕਰ ਉਸ ਤੋਂ ਬਾਅਦ ਉਹ ਕੰਟਰੀਬਿਊਸ਼ਨ ਆਉਂਦੀ ਆ ਕੰਟਰੀਬਿਊਸ਼ਨ ਲਿਖ ਕੇ ਦੈਨ ਕਨਕਲੂਜਨ ਲਿਖਣਾ ਹੈ। ਹੁਣ ਆਪਾਂ ਡਿਸਕਸ ਕਰ ਲੈਂਦੇ ਹਾਂ ਬੁੱਧਿਜ਼ਮ। ਸੇਮ ਜਿੱਦਾਂ ਮੈਂ ਹੁਣੇ ਸਮਝਾਇਆ, ਇਹਦੇ ਵਿੱਚ ਵੀ ਜੇਕਰ ਬੁੱਧਿਜ਼ਮ ਤੇ ਰਿਲੇਟਡ ਕੁਐਸਚਨ ਆਉਂਦਾ ਆ, ਇੰਟਰੋਡਕਸ਼ਨ ਲਿਖਣੀ ਆ, ਫਿਰ ਦੈਨ ਲਾਈਫ ਆਫ ਗੌਤਮ ਬੁੱਧਾ ਲਿਖਣੀ ਆ, ਫਿਰ ਪ੍ਰਿੰਸੀਪਲਸ ਆਫ ਦ ਬੁੱਧਿਜ਼ਮ, ਦੈਨ ਫਿਰ ਕੰਟਰੀਬਿਊਸ਼ਨ ਆਫ ਬੁੱਧਿਜ਼ਮ ਐਂਡ ਦੈਨ ਕਨਕਲੂਜਨ। ਠੀਕ ਹੈ, ਸੋ ਸਟਾਰਟ ਕਰਦੇ ਆ ਇਹ ਵਾਲੀ इंट्रोडक्शन टू बुद्धिज़्म। बुद्धिज़्म की है, बुद्धिज़्म इज़ द वन ऑफ द वर्ल्ड्स ओल्डेस्ट रिलीजन बेस्ड ऑन द टीचिंग्स ऑफ द गौतम बुद्धा। ठीक है, ये भी सेम सिद्धांत ने, सिद्धांतां दे विच कुछ ज़्यादा फर्क नहीं हैगा, सेम अहिंसा आ, आत्म विश्वास एंड अ मैंटल डिसिप्लिन आ। ठीक है, आप स्टार्ट करते हैं लाइफ ऑफ अ गौतम बुद्धा तो। अ बर्थ एंड अर्ली चाइल्ड, जिहड़ा महात्मा बुद्ध का जन्म आ, महात्मा बुद्ध का जन्म होया सी 563 BCE। ठीक है, कित्थे होया सी, नेपाल दे विच होया सी। ਰੀਅਲ ਨੇਮ ਉਹਨਾਂ ਦਾ ਸੀ ਸਿਧਾਰਥ ਗੌਤਮ, ਫਾਦਰ ਉਹਨਾਂ ਦੇ ਜਿਹੜੇ ਸੀ, ਫਾਦਰ ਉਹਨਾਂ ਦਾ ਨਾਮ ਸੀ ਸੁਦੋਧਨ, ਅਤੇ ਉਹ ਸ਼ਾਕਿਆ ਗਣਰਾਜ ਦੇ ਪ੍ਰਧਾਨ ਸੀ। ਮਾਤਾ ਉਹਨਾਂ ਦੀ ਦਾ ਨਾਮ ਸੀ ਕੁਈਨ ਮਹਾਮਾਇਆ। ਠੀਕ ਹੈ, ਲਿਵਡ ਇਨ ਅ ਲਗਜ਼ਰੀ ਲਾਈਫ ਬਟ ਵਾਜ਼ ਅ ਸੈਂਸਿਟਿਵ ਐਂਡ ਟੂ ਦ ਸਫਰਿੰਗ ਆਫ ਦ ਵਰਲਡ। ਠੀਕ ਹੈ, ਉਸ ਤੋਂ ਬਾਅਦ ਹੋਇਆ ਦ ਫੋਰ ਸਾਈਟਸ, ਸਾ ਐਨ ਓਲਡ ਮੈਨ, ਅ ਸਿਕ ਮੈਨ, ਅ ਡੈਡ ਬੋਡੀ। ਠੀਕ ਹੈ, ਐਂਡ ਦ ਮੌਂਕ ਦੀਸ ਚੇਂਜਡ ਹਿਜ਼ ਆਊਟਲੁੱਕ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 4 ਲੋਕਾਂ ਨੂੰ ਦੇਖਿਆ ਸੀ, ਜਿਨ੍ਹਾਂ ਤੋਂ ਬਾਅਦ ਉਹਨਾਂ ਦੀ ਜਿਹੜੀ ਪੂਰੀ ਜ਼ਿੰਦਗੀ ਸੀ, ਇੱਕ ਬਿਮਾਰ ਆਦਮੀ ਨੂੰ, ਇੱਕ ਬੁੱਢੇ ਆਦਮੀ ਨੂੰ, ਇੱਕ ਮਰੇ ਹੋਏ ਬੰਦੇ ਨੂੰ ਅਤੇ ਇੱਕ ਸਾਧੂ ਨੂੰ। ਅਤੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਲਾਈਫ ਜਿਹੜੀ ਚੰਗੀ ਸੀ ਉਹ ਸਾਧੂ ਦੀ ਲੱਗੀ ਸੀ, ਜਿਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਉਹ ਤਪੱਸਿਆ ਕਰਨਗੇ। ਐਟ ਦ ਏਜ ਆਫ 29 ਹੀ ਲੈਫਟ ਹਿਜ਼ ਪੈਲੇਸ, ਵਾਈਫ ਜਸ਼ੋਧਰਾ ਐਂਡ ਸਨ ਰਾਹੁਲ ਟੂ ਸੀਕ ਟਰੂਥ ਐਂਡ ਐਂਡ ਸਫਰਿੰਗ। ਉਹਨਾਂ ਨੇ ਦੁੱਖਾਂ ਨੂੰ ਸਮਾਪਤ ਕਰਨ ਲਈ, ਸੱਚ ਦੀ ਪ੍ਰਾਪਤੀ ਲਈ 29 ਸਾਲ ਦੀ ਉਮਰ ਦੇ ਵਿੱਚ ਆਪਣੀ ਪਤਨੀ ਜਸ਼ੋਧਰਾ ਤੇ ਜਿਹੜਾ ਉਹਨਾਂ ਦਾ ਪੁੱਤਰ ਸੀ ਰਾਹੁਲ, ਉਸਨੂੰ ਛੱਡ ਦਿੱਤਾ ਸੀ। ਮੈਡੀਟੇਟ ਅੰਡਰ ਦ ਬੋਧੀ ਟਰੀ ਐਟ ਦ ਬੋਧ ਗਿਆ, ਅਟੇਨਡ ਇਨਲਾਈਨਮੈਂਟ ਬੋਧੀ ਐਟ ਦ ਏਜ ਆਫ 35 ਐਂਡ ਬਿਕਮ ਬੁੱਧਾ। ਠੀਕ ਹੈ, ਉਹਨਾਂ ਨੇ 35 ਸਾਲ ਦੀ ਏਜ ਦੇ ਵਿੱਚ ਜਿਹੜਾ ਆ ਸੱਚ ਦੀ ਜਿਹੜੀ ਪ੍ਰਾਪਤੀ ਕੀਤੀ। ਡਿਲੀਵਰਡ ਫਸਟ ਸਰਮਨ ਐਟ ਦ ਸਾਰਾਨਾਥ, ਉਹਨਾਂ ਨੇ ਸਭ ਤੋਂ ਪਹਿਲਾ ਜਿਹੜਾ ਉਪਦੇਸ਼ ਸੀ ਜਾਂ ਗਿਆਨ ਸੀ ਉਹ ਸਾਰਾਨਾਥ ਦੇ ਵਿੱਚ ਦਿੱਤਾ। ਸਪੈਂਡ 45 years। ਠੀਕ ਹੈ, ਉਹਨਾਂ ਨੇ ਆਪਣੇ 45 ਸਾਲ ਜਿਹੜੇ ਨੇ ਨਾਰਥ ਇੰਡੀਆ ਦੇ ਵਿੱਚ ਜਿਹੜਾ ਆ ਆਪਣੇ ਜਿਹੜੇ ਉਪਦੇਸ਼ ਆ ਉਹਨਾਂ ਦੇ ਨੂੰ ਉਹਨਾਂ ਦੇ ਪ੍ਰਚਾਰ ਦੇ ਵਿੱਚ ਲਗਾ ਦਿੱਤੇ। ਡੈਟ ਐਟ ਦ ਏਜ ਆਫ ਦ 80 ਐਟ ਆ ਕੁਸ਼ੀਨਗਰ, ਉੱਤਰ ਪ੍ਰਦੇਸ਼। ਠੀਕ ਹੈ, ਉਹਨਾਂ ਦੀ ਜਿਹੜੀ ਨਿਰਵਾਣ ਆ ਜਾਂ ਫਿਰ ਉਹਨਾਂ ਦੀ ਜਿਹੜੀ ਮੌਤ ਆ ਉਹ 80 ਸਾਲ ਦੀ ਉਮਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਹੋਈ। ਜਿਹੜੀਆਂ ਮਹਾਤਮਾ ਬੁੱਧ ਦੀਆਂ ਜਿਹੜੀਆਂ ਉਪਦੇਸ਼ ਸੀ, ਸਿਧਾਂਤ ਸੀ, ਸੇਮ ਲਾਈਕ ਆ ਮਹਾਵੀਰ ਸਵਾਮੀ ਸੀ, ਬਟ ਇਹ ਵੀ ਪੜ੍ਹਨੇ ਜ਼ਰੂਰੀ ਨੇ। 4 ਨੋਬਲ ਟਰੂਥਸ, ਦੁੱਖ ਜਿਹੜੇ 4 ਮਾਨ ਸੱਚਾਈਆਂ ਕੀ ਨੇ। ਸਭ ਤੋਂ ਪਹਿਲੀ ਹੈ ਕਿ ਜੀਵਨ ਦੁੱਖਾਂ ਦਾ ਘਰ ਹੈ। ਉਸ ਤੋਂ ਬਾਅਦ ਉਹ ਆ ਕਿ ਦੁੱਖਾਂ ਦਾ ਕਾਰਨ ਕੀ ਆ, ਮਨੁੱਖ ਦੀਆਂ ਤ੍ਰਿਸ਼ਨਾ, ਮਨੁੱਖ ਦੀਆਂ ਡਿਜ਼ਾਇਰਸ, ਮਨੁੱਖ ਦੀਆਂ ਖਵਾਇਸ਼ਾਂ। ਸਫਰਿੰਗ ਕੈਨ ਐਂਡ ਬਾਏ ਦ ਇਲੈਮੀਨੇਟਿੰਗ ਡਿਜ਼ਾਇਰਸ, ਇਹਨਾਂ ਖਵਾਇਸ਼ਾਂ ਨੂੰ ਤਿਆਗਣ ਨਾਲ ਵਿਅਕਤੀ ਕੀ ਆ, ਸੁਖੀ ਹੋ ਸਕਦਾ ਆ। ਇਹਨਾਂ ਨੂੰ ਤਿਆਗਣ ਲਈ ਕੀ ਕਰਨਾ ਪੈਣਾ ਆ, ਮਾਰਗ 8-fold ਪਾਥ, ਅਸ਼ਟਮਾਰਗ 'ਤੇ ਚੱਲਣਾ ਪਵੇਗਾ। ਅਤੇ ਹੁਣ ਅਸ਼ਟਮਾਰਗ ਕੀ ਹੈ, ਰਾਈਟ ਵੇ ਸੱਚਾ ਕਰਮ, ਰਾਈਟ ਅਟੈਂਸ਼ਨ ਸੱਚਾ ਵਿਸ਼ਵਾਸ, ਰਾਈਟ ਸਪੀਚ ਸੱਚਾ ਵਚਨ, ਰਾਈਟ ਐਕਸ਼ਨ, ਰਾਈਟ ਲਿਵ ਹੋਲਡ, ਰਾਈਟ ਇਫੋਰਟ, ਰਾਈਟ ਮਾइंडफुलनेस एंड राइट कॉन्सेंट्रेशन। ठीक है, यानी कि सच्चा कर्म, सच्चा विश्वास, सच्चा वचन, सच्चा आचार,
ਸੱਚਾ ਰਹਿਣ ਸਹਿਣ, ਸੱਚਾ ਜਤਨ, ਸੱਚਾ ਧਿਆਨ ਤੇ ਸੱਚੀ ਸਮਾਧੀ। ਠੀਕ ਹੈ। these lay to liberation, ਇਹਨਾਂ ਦੇ ਨਾਲ ਕੀ ਹੋਊਗੀ, ਨਿਰਵਾਣ ਦੀ ਪ੍ਰਾਪਤੀ ਹੋਊਗੀ। 5 moral, ਠੀਕ ਹੈ, ਪੰਚਸ਼ੀਲ ਸਿਧਾਂਤ ਇਸ ਨੂੰ ਬੋਲ ਦਿੰਦੇ ਨੇ। ਨੋ ਕਿਲਿੰਗ, ਯਾਨੀ ਕਿ ਨਿੱਕੇ ਤੋਂ ਨਿੱਕੇ ਜੀਵ ਨੂੰ ਨਾ ਮਾਰੋ। ਨੋ ਸਟੀਲਿੰਗ, ਨੋ ਲਾਇੰਗ, no sexual misconduct and no intoxication। ਠੀਕ ਹੈ। ਨਿੱਕੇ ਤੋਂ ਨਿੱਕੇ ਜੀਵ ਨੂੰ ਨਾ ਮਾਰੋ, ਨਸ਼ਿਆਂ ਤੋਂ ਬਚੋ, ਅਕਲ ਤੇ ਪਰਦਾ ਜਿਹੜੇ ਨੇ ਇਹ ਨਸ਼ੇ ਜਿਹੜੇ ਨੇ ਪਾਉਂਦੇ ਨੇ। ਝੂਠੀ ਗਵਾਹੀ, ਨਿੰਦਾ ਚੁਗਲੀ, ਝੂਠ ਨਾ ਬੋਲੋ, ਕਿਸੇ ਨਾਲ ਬੁਰਾ ਵਿਚਾਰ ਜਿਹੜਾ ਨਾ ਕਰੋ, ਸੱਚੇ ਦਿਲ ਦਾ ਦਾਨ ਦੇਵੋ ਅਤੇ ਲਵੋ। ਧੋਖੇ ਨਾਲ ਕਿਸੇ ਤੋਂ ਚੀਜ਼ ਜਿਹੜੀ ਆ ਉਹ ਲੈਣੀ ਨਹੀਂ ਚਾਹੀਦੀ। ਠੀਕ ਹੈ। ਮਿਡਲ ਪਾਰਟਸ ਕੀ ਸੀ, ਅਵੋਇਡ ਬੋਥ ਐਕਸਟ੍ਰੀਮ ਲਗਜ਼ਰੀ ਐਂਡ ਐਕਸਟ੍ਰੀਮ ਹਾਰਡਸ਼ਿਪ, ਲਿਵ ਅ ਬੈਲੈਂਸਡ ਲਾਈਫ। ਨਾ ਹੀ ਤਾਂ ਜ਼ਿਆਦਾ ਜਿਹੜੀ ਆ ਕਠੋਰ ਜ਼ਿੰਦਗੀ ਜੀਓ, ਨਾ ਹੀ ਜ਼ਿਆਦਾ ਇੱਕਦਮ ਵੀ ਜਿੱਦਾਂ ਰਾਜਕੁਮਾਰਾਂ ਵਾਲੀ ਜ਼ਿੰਦਗੀ ਜੀਓ, ਇਕੱਲਾ ਹੀ ਲਿਵ ਇਨ ਅ ਬੈਲੈਂਸਡ ਲਾਈਫ। ਠੀਕ ਹੈ। ਕਰਮਾ ਐਂਡ ਅ ਰੀਬਰਥ, ਉਹ ਕੀ ਸੀ, ਗੁੱਡ ਐਂਡ ਬੈਡ ਡੀਡਸ ਡਿਸਾਈਡ ਫਿਊਚਰ ਬਰਥ। ਉਹਨਾਂ ਦੇ ਅਕੋਰਡਿੰਗ ਕੀ ਸੀ ਕਿ ਮੌਤ ਤੋਂ ਬਾਅਦੋਂ ਵੀ ਜਿਹੜੀ ਆ ਜ਼ਿੰਦਗੀ ਇੱਕ ਹੁੰਦੀ ਹੈ। Contribution of Buddhism, a religious contribution, gave a simple spiritual path without rituals, persist or a caste discrimination, promoted ahimsa, ਉਹਨਾਂ ਨੇ ਅਹਿੰਸਾ ਨੂੰ ਜਿਹੜਾ ਪ੍ਰਮੋਟ ਕੀਤਾ। Social contribution, opposed Brahmins caste system and animal sacrifice, encouraged inequality। ਠੀਕ ਹੈ। ਇਹਨਾਂ ਨੇ ਵੀ ਕੀ ਕੀਤਾ ਕਿ ਜਿਹੜਾ ਬ੍ਰਾਹਮਣਵਾਦ ਸੀ ਜਾਂ ਜਾਤੀਵਾਦ ਸੀ, ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਸੀ। ਉਹਨਾਂ ਦੇ ਅਕੋਰਡਿੰਗ ਸਮਾਨਤਾ ਜਿਹੜੀ ਸੀ ਸਭ ਤੋਂ ਮਹੱਤਵਪੂਰਨ ਸੀ। ਐਜੂਕੇਸ਼ਨਲ ਕੰਟਰੀਬਿਊਸ਼ਨ, ਉਹਨਾਂ ਨੇ ਇਨਕਰੇਜਡ ਲੌਜੀਕਲ ਡਿਬੇਟ ਐਂਡ ਲਰਨਿੰਗ, ਉਹਨਾਂ ਨੇ ਬਹੁਤ ਸਾਰੀਆਂ ਜਿਵੇਂ ਨਾਲੰਦਾ ਇਹ ਜਿਹੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਖੋਲ੍ਹੀਆਂ। ਲਿਟਰਲੀ ਕੰਟਰੀਬਿਊਸ਼ਨ, ਬੁੱਧਿਸਟ ਟੈਕਸਟ ਰਿਟਨ ਇਨ ਦਾ ਪਾਲੀ ਐਂਡ ਸੰਸਕ੍ਰਿਤ, ਉਹਨਾਂ ਨੇ ਆਪਣੀ ਭਾਸ਼ਾ ਪਾਲੀ ਅਤੇ ਸੰਸਕ੍ਰਿਤ ਦੇ ਵਿੱਚ ਗਿਆਨ ਦਿੱਤਾ, ਜਿਹਦੇ ਨਾਲ ਕੀ ਹੋਇਆ, ਸਾਹਿਤ ਦੇ ਵਿੱਚ ਉન્નਤੀ ਹੋਈ। ਆਰਟ ਐਂਡ ਆਰਕੀਟੈਕਚਰ, ਇਹਦੇ ਨਾਲ ਕੀ ਹੋਇਆ, ਸਤੂਪ ਜਿਹੜੇ ਨੇ ਅੱਜ ਵੀ ਲੋਕ ਦੇਖਣ ਆਉਂਦੇ ਨੇ। ਇਹਦੇ ਨਾਲ ਕੀ ਹੋਇਆ, ਕਲਾ ਅਤੇ ਜਿਹੜੀ ਆ ਇਹ ਚੀਜ਼ਾਂ ਨੇ ਇਹਨਾਂ ਦੇ ਵਿੱਚ ਜਿਹੜਾ ਆ ਇਤਿਹਾਸਿਕ ਜਿਹੜੀ ਆ ਉન્નਤੀ ਹੋਈ। ਇੰਟਰਨੈਸ਼ਨਲ ਕੰਟਰੀਬਿਊਸ਼ਨ ਸੀ, ਸਪਰੈਡ ਟੂ ਦਾ ਸ਼੍ਰੀਲੰਕਾ, ਚਾਈਨਾ, ਜਾਪਾਨ, ਤਿੱਬਤ, ਇੱਥੋਂ ਤੱਕ ਉਹਨਾਂ ਨੇ ਆਪਣਾ ਜਿਹੜਾ ਆ ਉਹ ਉਪਦੇਸ਼ ਦਿੱਤੇ। ਵਨ ਆਫ ਦਾ ਫਸਟ ਇੰਡੀਅਨ ਰਿਲੀਜਨਸ ਟੂ ਬਿਕਮ ਗਲੋਬਲ, ਇਹੋ ਜਿਹਾ ਪਹਿਲਾ ਧਰਮ ਸੀ ਜਿਹਨੇ ਵਿਦੇਸ਼ਾਂ ਤੱਕ ਵੀ ਜਾ ਕੇ ਜਿਹੜਾ ਆ ਵਿਦੇਸ਼ਾਂ ਦੇ ਵਿੱਚ ਪ੍ਰਚਾਰ ਕਰਕੇ ਜਿਹੜਾ ਆ ਭਾਰਤੀ ਸੱਭਿਆਚਾਰ ਦਾ ਜਿਹੜਾ ਆ ਪ੍ਰਚਾਰ ਕੀਤਾ। Conclusion, Buddha's teachings are a universal and a timeless. Buddhism give India and the world a part of a peace, tolerance and a spiritual wisdom. Even today, people follow Buddha's path to live a life of a mindfulness and a comprehension. ਅੱਜ ਕੱਲ੍ਹ ਲੋਕਾਂ ਨੂੰ ਜਿਵੇਂ ਹੈ ਨਾ ਸਟਰੈਸ ਹੁੰਦਾ ਤਾਂ ਲੋਕ ਜਿਹੜਾ ਇਸ ਧਰਮ ਦੇ ਵੱਲ ਵੱਧਦੇ ਨੇ। ਕਿਉਂਕਿ ਇਹ ਬਿਲਕੁਲ ਪੀਸਫੁਲ ਹੈ। ਠੀਕ ਹੈ। ਇਫ ਯੂ found this video is helpful, please like, share and subscribe to the Learning Lab for Study channel for more such educational content. If you want the same topic in a Punjabi or a notes in a PDF form, comment. Thanks for watching. Keep learning, keep growing. Bye bye.